ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮੁਕਾਮ ਕਰ ਘਰ ਵੈਸਣਾ, ਨਿਤ ਚਲਣੇ ਕੀ ਧੋਖ। ਮੁਕਾਮ ਤਾ ਪਰ ਜਾਣੀਐ, ਜਾ ਰਹਿ ਨਿਹਚਲ ਲੋਕ। ਦੁਨੀਆ ਕੈਸ ਮੁਕਾਮੇ, ਕਰ ਸਿਦਕ ਕਰਨੀ ਖਰਚ ਬੰਦਹੁ। ਲਾਗ ਰਹੋ ਨਾਮੇ, ਜੇਤੀ ਸਮਗਰੀ ਦੇਖੋ ਰੇ ਨਰ। ਤੇਤੀ ਹੀ ਛੱਡ ਜਾਨੀ, ਰਾਮ ਨਾਮ ਸਿਉ ਕਰ ਵਿਵਹਾਰਾ। ਪਾਵਹਿ ਪਦ ਨਿਰਬਾਨੀ, ਰਾਮ ਨਾਮ ਸਿਉ ਕਰ ਵਿਵਹਾਰਾ। ਪਾਵਹਿ ਪਦ ਨਿਰਬਾਨੀ, ਡੱਡੈ ਡੰਫ ਕਰਹੁ ਕਿਆ ਪ੍ਰਾਣੀ। ਜੋ ਕਿਛ ਦੀਸੈ ਸੋ ਸਭ ਚੱਲਣਾ, ਤਿਸੈ ਸਰੇਵਹੁ ਤਾਂ ਸੁਖ ਪਾਵਹੁ। ਸਰਬ ਨਿਰੰਤਰ ਰਵ ਰਹਿਆ, ਤਿਸੈ ਸਰੇਵਹੁ ਤਾਂ ਸੁਖ ਪਾਵਹੁ। ਸਰਬ ਨਿਰੰਤਰ ਰਵ ਰਹਿਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਪਰਮ ਕਿਰਪਾਲੂ ਪਾਤਸ਼ਾਹ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਖਸਮ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਬੜੇ ਟਿਕਾ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪਟੀ ਲਿਖੀ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਦੇ ਅਨੁਸਾਰ ਜੋ ਅੱਜ ਦਾ ਪਾਵਨ ਬਚਨ, ਡੱਡੈ ਡੰਫ ਕਰਹੁ ਕਿਆ ਪ੍ਰਾਣੀ। ਜੋ ਕਿਛ ਹੋਵਾ ਸੋ ਸਭ ਚੱਲਣਾ, ਤਿਸੈ ਸਰੇਵਹੁ ਤਾਂ ਸੁਖ ਪਾਵਹੁ। ਸਰਬ ਨਿਰੰਤਰ ਰਵ ਰਹਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਜਿਹੜਾ ਗੁਰਮੁਖੀ ਦਾ ਡੱਡਾ ਅੱਖਰ ਹੈ ਨਾ, ਡੱਡਾ ਲੈਟਰ ਹੈ, ਉਹਦੇ ਰਾਹੀਂ ਉਪਦੇਸ਼ ਹੈ। ਕਹਿੰਦੇ ਕਿਉਂ ਤੂੰ ਵਿਖਾਵਾ ਕਰਦਾ ਪਿਆ ਹੈ? ਜੋ ਕੁਝ ਤੈਨੂੰ ਨਜ਼ਰ ਆ ਰਿਹਾ ਹੈ ਨਾ, ਇਹ ਸਭ ਕੁਝ ਇੱਕ ਦਿਨ ਖਤਮ ਹੋ ਜਾਣਾ ਹੈ। ਤੇ ਜੇ ਸੱਚਮੁੱਚ ਸੁੱਖ ਪਾਉਣਾ ਚਾਹੁੰਦਾ ਹੈ ਤੇ ਉਸ ਮਾਲਕ ਦੀ ਯਾਦ ਵਿੱਚ ਜੁੜ ਜਾ, ਜਿਹੜਾ ਸਰਬ ਨਿਰੰਤਰ ਰਵ ਰਿਹਾ, ਜਿਹੜਾ ਹਰ ਥਾਂ ਤੇ ਵਸਦਾ ਪਿਆ ਹੈ, ਹੂ ਇਜ਼ ਐਵਰੀਵੇਅਰ ਪ੍ਰਵੇਲਿੰਗ, ਜਿਹੜਾ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਹੈ। ਉਸ ਮਾਲਕ ਦੀ ਯਾਦ ਵਿੱਚ ਜੁੜ ਜਾ ਜੇ ਆਤਮਿਕ ਸੁੱਖ ਚਾਹੁੰਦਾ ਹੈ। ਤੇ ਪਾਤਸ਼ਾਹ ਜੀ ਕੀ ਸਮਝਾ ਰਹੇ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ, ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਓ ਸਾਧ ਸੰਗਤ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ
ਦਸਮ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਜੂਨ ਦਾ ਮਹੀਨਾ, ਬੱਚਿਆਂ ਦੀਆਂ ਛੁੱਟੀਆਂ, ਤੇ ਉਸੇ ਕਰਕੇ ਮੇਰੇ ਖਿਆਲ 'ਚ ਹੈ ਕਿ ਸੰਗਤ ਦੇ ਵਿੱਚ ਵੀ ਥੋੜ੍ਹੀ ਜਿਹੀ ਕਮੀ ਨਜ਼ਰ ਆ ਰਹੀ ਹੈ। ਪਰ ਉਹਦੇ ਬਾਵਜੂਦ ਵੀ ਇੰਨੇ ਵੀ ਆਪਾਂ ਸਵਾਏ ਨਹੀਂ ਬੈਠੇ ਕਿ ਫਤਿਹ ਦੀ ਆਵਾਜ਼ ਜਿਹੜੀ ਹੈ ਉਹ ਸਾਡੇ ਕੰਨਾਂ ਤੱਕ ਹੀ ਨਾ ਪਹੁੰਚ ਸਕੇ। ਸੋ ਮੈਂ ਹਮੇਸ਼ਾ ਕਿਹਾ ਕਰਦਾ ਕਿ ਜਦੋਂ ਫਤਿਹ ਬੁਲਾਈ ਜਾਵੇ ਤੇ ਗੱਜ ਕੇ ਬੁਲਾਉਣੀ ਚਾਹੀਦੀ ਹੈ, ਢਿੱਲੀ ਫਤਿਹ ਨਹੀਂ। ਸੋ ਇੱਕ ਵਾਰ ਫਿਰ ਆਪਾਂ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਜਦੋਂ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸੀ ਤਾਂ ਆਸਾ ਕੀ ਵਾਰ ਦਾ ਇੱਕ ਬੜਾ ਪਿਆਰਾ ਬਚਨ ਭਾਈ ਸਾਹਿਬ ਜੀ ਨੇ ਸਰਵਣ ਕਰਾਇਆ ਕੀਰਤਨ ਰੂਪ ਦੇ ਵਿੱਚ। 8ਵੀਂ ਪੌੜੀ ਹੈ ਆਸਾ ਕੀ ਵਾਰ ਦੀ, ਤੇ ਉਹਦੀਆਂ ਜਿਹੜੀਆਂ ਪੌੜੀ ਦੀਆਂ ਲਾਸਟ 2 ਪੰਕਤੀਆਂ ਨੇ ਨਾ, ਉਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਹੈ। ਕਹਿੰਦੇ, ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਇਹ ਪੰਕਤੀਆਂ ਬੜੀਆਂ ਗਹਿਰੀਆਂ ਨੇ ਸਾਧ ਸੰਗਤ, ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਧਿਆਨ ਰਹੇ, ਜਿਹੜਾ ਵਚਨ ਆਪਾਂ ਵਿਚਾਰ ਰਹੇ ਹਾਂ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਕਿ ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਵਾ ਸੋ ਸਭ ਚੱਲਣਾ। ਜੋ ਕੁਝ ਨਜ਼ਰ ਆ ਰਿਹਾ ਹੈ ਨਾ, ਇਹ ਸਭ ਕੁਝ ਇੱਕ ਦਿਨ ਖਤਮ ਹੋਣਾ ਹੈ, ਇਹ ਸਭ ਕੁਝ ਬਿਨਸੇਗਾ। ਤੇ ਗੁਰੂ ਸਾਹਿਬ ਕਹਿੰਦੇ ਵਿਖਾਵਾ ਨਾ ਕਰ। ਡੰਫ ਜਿਹੜਾ ਲਫ਼ਜ਼ ਹੈ ਨਾ ਜੀ, ਇਹਦਾ ਮਤਲਬ ਹੁੰਦਾ ਹੈ ਵਿਖਾਵਾ ਕਰਨਾ। ਵਿਖਾਵਾ ਨਾ ਕਹਿੰਦੇ ਕਰ, ਸਭ ਕੁਝ ਖਤਮ ਹੋਣਾ ਇੱਕ ਦਿਨ। ਤੇ ਇੱਥੇ ਕੀ ਕਹਿ ਰਹੇ ਨੇ ਆਸਾ ਕੀ ਵਾਰ ਦੇ ਵਿੱਚ? ਕਹਿੰਦੇ ਮੂਰਖ ਸੱਚ ਨਾ ਜਾਣਨੀ। ਮੂਰਖ ਪਤਾ ਕਿਹਨੂੰ ਕਿਹਾ ਹੈ ਇੱਥੇ? ਹਰ ਇੱਕ ਉਸ ਇਨਸਾਨ ਨੂੰ ਸਤਿਗੁਰਾਂ ਨੇ ਮੂਰਖ ਕਿਹਾ ਹੈ ਜਿਹੜਾ ਉਸ ਮਾਲਕ ਨੂੰ ਨਹੀਂ ਪਹਿਚਾਣਦਾ। ਸੱਚ ਨਾ ਜਾਣਨੀ। ਸੱਚ ਨਾ ਜਾਣਨੀ ਦਾ ਮਤਲਬ ਹੈ ਕਿ ਉਸ ਸੁੱਖਾਂ ਦੇ ਸੋਰਸ, ਜਿਹੜਾ ਸੋਰਸ ਆਫ ਹੈਪੀਨੈਸ ਕਹਿ ਲਈਏ, ਸੋਰਸ ਆਫ ਪੀਸ ਕਹਿ ਲਈਏ, ਉਸ ਨੂੰ ਛੱਡ ਕੇ ਜਿਹੜਾ ਹੋਰ ਪਾਸੇ ਭਟਕਦਾ ਪਿਆ ਹੈ ਨਾ, ਉਸ ਇਨਸਾਨ ਨੂੰ ਇੱਥੇ ਸਤਿਗੁਰੂ ਜੀ ਮੂਰਖ ਕਹਿੰਦੇ ਪਏ ਨੇ। ਉਹ ਔਰਤ ਵੀ ਹੋ ਸਕਦੀ ਹੈ, ਉਹ ਮਰਦ ਵੀ ਹੋ ਸਕਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜੇ ਇਸ ਮੂਰਖ ਨੇ ਉਸ ਪਰਮਾਤਮਾ ਨੂੰ ਪਹਿਚਾਨਿਆ ਹੀ ਨਹੀਂ, ਫਿਰ ਹੋਇਆ ਕੀ ਹੈ? ਮਨ ਮੁਖੀ ਜਨਮ ਗਵਾਇਆ। ਆਪਣੇ ਮਨ ਦੇ ਪਿੱਛੇ ਲੱਗ ਕੇ ਇਹਨੇ ਆਪਣੀ ਇਹ ਪ੍ਰਾਈਸਲੈਸ ਲਾਈਫ ਜਿਹੜੀ ਹੈ ਨਾ, ਇਹਨੂੰ ਵੇਸਟ ਕਰ ਦਿੱਤਾ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਵਿੱਚ ਦੁਨੀਆ ਕਾਹੇ ਆਇਆ। ਇਹੋ ਜਿਹੇ ਬੰਦੇ ਦਾ, ਇਹੋ ਜਿਹੇ ਇਨਸਾਨ ਦਾ ਇਸ ਦੁਨੀਆ ਵਿੱਚ ਆਉਣ ਦਾ ਕੀ ਲਾਭ, ਜਿਸ ਨੇ ਇਸ ਲਾਈਫ ਦੀ ਵੈਲਿਊ ਨੂੰ ਪਹਿਚਾਨਿਆ ਹੀ ਨਹੀਂ, ਜਿਸ ਨੇ ਇਹ ਅਹਿਸਾਸ ਹੀ ਨਹੀਂ ਕੀਤਾ, ਇਹ ਫੀਲ ਹੀ ਨਹੀਂ ਕੀਤਾ ਕਿ ਮੈਂ ਆਇਆ ਕਾਹਦੇ ਵਾਸਤੇ ਇਸ ਦੁਨੀਆ ਦੇ ਵਿੱਚ। ਤੇ ਕੀਤਾ ਕੀ ਹੈ? ਚਾਹੁੰਦਾ ਤਾਂ ਹੈ ਕਿ ਮੇਰੇ ਜੀਵਨ ਦੇ ਵਿੱਚ ਸੁੱਖ ਆਏ, ਪਰ ਇਹ ਸੁੱਖ ਦੀ ਡੈਫੀਨੇਸ਼ਨ ਆਪਣੇ ਅਕੋਰਡਿੰਗਲੀ ਬਣਾ ਕੇ ਬੈਠ ਗਿਆ। ਹਰ ਇੱਕ ਇਨਸਾਨ ਦੇ ਮਨ ਦੀ ਖੁਆਹਿਸ਼ ਇਹੀ ਹੈ ਕਿ ਮੇਰੇ ਜੀਵਨ ਦੇ ਵਿੱਚ ਸੁੱਖ ਹੋਣ, ਮੇਰਾ ਜੀਵਨ ਖੁਸ਼ਹਾਲ ਹੋ ਜਾਏ, ਪਰ ਉਸ ਸੁੱਖ ਦੀ, ਉਸ ਖੁਸ਼ੀ ਦੀ ਡੈਫੀਨੇਸ਼ਨ ਇਸ ਨੇ ਆਪਣੇ ਅਕੋਰਡਿੰਗਲੀ ਬਣਾ ਲਈ ਹੈ, ਜਿਹੜੀ ਕਿ ਬਿਲਕੁਲ ਰੌਂਗ ਹੈ, ਗਲਤ ਹੈ, ਠੀਕ ਹੈ ਹੀ ਨਹੀਂ। ਇਹ ਇਨਸਾਨ ਜਿਹੜਾ ਹੈ ਨਾ ਸਾਧ ਸੰਗਤ, ਹਰ ਇੱਕ ਨਿੱਕੀ ਨਿੱਕੀ ਚੀਜ਼ ਦੇ ਵਿੱਚੋਂ ਨਾ ਖੁਸ਼ੀ ਕਹਿ ਲਈਏ, ਚਾਹੇ ਇੱਕ ਪੰਜਾਬੀ ਦਾ ਵਰਡ ਆਪਾਂ ਯੂਜ਼ ਕਰਦੇ ਹਾਂ ਮਜ਼ਾ, ਮਜ਼ਾ ਭਾਲਦਾ ਹੈ ਨਾ। ਹਰ ਇੱਕ ਨਿੱਕੀ ਨਿੱਕੀ ਚੀਜ਼ ਦੇ ਵਿੱਚੋਂ। ਹੋ ਸਕਦਾ ਹੈ ਕਿ ਤੁਹਾਡੇ ਵਿੱਚ ਨਾ ਬੜੇ ਫੂਡ ਨੂੰ ਪਿਆਰ ਕਰਨ ਵਾਲੇ ਫੂਡ ਲਵਰ ਵੀ ਬੈਠੇ ਹੋਣਗੇ, ਜਿਹੜੇ ਖਾਣ ਦੇ ਬੜੇ ਸ਼ੌਕੀਨ ਹੋਣਗੇ। ਤੇ ਜਦੋਂ ਮਨਪਸੰਦ ਕੋਈ ਭੋਜਨ ਸਾਹਮਣੇ ਪਿਆ ਹੋਵੇ, ਖਾਣ ਤੋਂ ਬਾਅਦ ਕੀ ਲਫ਼ਜ਼ ਨਿਕਲਦੇ ਨੇ ਜੀ ਜ਼ੁਬਾਨ ਤੋਂ? ਮਜ਼ਾ ਆ ਗਿਆ। ਉਹ ਮਜ਼ਾ, ਉਹ ਇੱਕ ਪ੍ਰਕਾਰ ਦੀ ਖੁਸ਼ੀ ਹੈ। ਉਹ ਸੋਚਦਾ ਕਿ ਸ਼ਾਇਦ ਇਹ ਜੋ ਮੈਂ ਖਾਧਾ ਹੈ ਨਾ, ਇਹਦੇ ਵਿੱਚ ਇਹੀ ਸੁੱਖ ਹੈ, ਇਹੀ ਮਜ਼ਾ ਹੈ। ਕਿਸੇ ਨੇ ਬੜੀ ਖੂਬਸੂਰਤ ਡਰੈਸ ਪਹਿਨੀ ਹੋਵੇ, ਕੱਪੜੇ ਬੜੇ ਖੂਬਸੂਰਤ ਪਹਿਨੇ ਹੋਣ, ਤੇ ਆਪਣੇ ਦੋਸਤ ਨੂੰ ਪੁੱਛੇਗਾ ਕਿਵੇਂ ਦਾ ਲੱਗ ਰਿਹਾ? ਬੜਾ ਖੂਬਸੂਰਤ ਲੱਗਦਾ ਰਿਹਾ, ਮਜ਼ਾ ਆ ਗਿਆ। ਇਹਦੇ ਵਿੱਚੋਂ ਖੁਸ਼ੀ ਭਾਲਦਾ ਹੈ। ਇੱਕ ਛੋਟੀ ਜੀ ਗੱਲ, ਰੱਬ ਨੇ ਨਾ ਸੁੰਦਰਤਾ ਬੜੀ ਦਿੱਤੀ ਹੈ, ਸੰਸਾਰ ਨੂੰ ਸੁੰਦਰਤਾ ਬਹੁਤ ਦਿੱਤੀ ਹੈ ਮਾਲਕ ਨੇ। ਜਿੱਥੇ ਨੈਚੁਰਲ ਸੋਰਸਸ ਆਪਾਂ ਦੇਖਦੇ ਹਾਂ ਬੜੇ ਖੂਬਸੂਰਤ ਨੇ, ਉੱਥੇ ਉਹਦੇ ਪੈਦਾ ਕੀਤੇ ਹੋਏ ਜੀਵ ਜਿਹੜੇ ਨੇ ਉਹਨਾਂ ਨੂੰ ਵੀ ਖੂਬਸੂਰਤੀ ਬੜੀ ਦਿੱਤੀ ਹੈ। ਆ ਪੰਛੀ ਦੇਖੋ, ਕਈ ਐਸੇ ਪੰਛੀ ਨੇ ਜਿਨ੍ਹਾਂ ਨੂੰ ਦੇਖ ਕੇ
ਮਨ ਜਿਹੜਾ ਨਾ ਖੁਸ਼ ਹੋ ਜਾਂਦਾ ਹੈ ਕਿ ਮਾਲਕ ਨੇ ਉਹਨਾਂ ਨੂੰ ਕਿੰਨਾ ਖੂਬਸੂਰਤ ਬਣਾਇਆ ਹੈ। ਤੇ ਇਨਸਾਨ ਜਿਹੜਾ ਹੈ ਨਾ, ਉਸ ਨੂੰ ਵੀ ਗੁਰੂ ਪਰਮਾਤਮਾ ਨੇ ਕੋਈ ਕਮੀ ਨਹੀਂ ਇਹਦੇ ਵਿੱਚ ਛੱਡੀ, ਬੜਾ ਖੂਬਸੂਰਤ ਬਣਾਇਆ ਹੈ ਜੀ। ਇਹਦੇ ਬਾਵਜੂਦ ਵੀ ਨਾ ਇਨਸਾਨ ਖੂਬਸੂਰਤ ਹੋਰ ਜ਼ਿਆਦਾ ਦਿਖਣਾ ਚਾਹੁੰਦਾ ਹੈ। ਕਹਿੰਦੇ ਨੇ ਇੱਕ ਨਾ, ਮੈਂ ਪਹਿਲਾਂ ਹੀ ਮੁਆਫੀ ਮੰਗ ਲਵਾਂ ਆਪਣੀਆਂ ਬੀਬੀਆਂ ਭੈਣਾਂ ਦੇ ਕੋਲੋਂ, ਹੋ ਸਕਦਾ ਹੈ ਕਿ ਕੋਈ ਗੁੱਸਾ ਕਰ ਜਾਏ, ਸੋ ਮੈਨੂੰ ਮੁਆਫ ਜ਼ਰੂਰ ਕਰ ਦਿਓ ਜੇ। ਕਹਿੰਦੇ ਇੱਕ ਬੀਬੀ, ਇੱਕ ਲੇਡੀ ਬਿਊਟੀ ਪਾਰਲਰ ਗਈ, ਤੇ ਜਦੋਂ ਵਾਪਸ ਆਈ ਨਾ ਜੀ ਬਿਊਟੀ ਪਾਰਲਰ ਦੇ ਉੱਤੋਂ, ਤੇ ਆਪਣੇ ਹਸਬੈਂਡ ਨੂੰ ਆਣ ਕੇ ਪੁੱਛਦੀ ਹੈ, ਪਤਾ ਕੀ ਪੁੱਛਿਆ? ਕਹਿਣ ਲੱਗੀ ਹੈ, ਦੇਖੋ ਜੀ ਮੈਂ ਬਿਊਟੀ ਪਾਰਲਰ ਤੋਂ ਹੋ ਕੇ ਆਈ ਹਾਂ, ਕਿਵੇਂ ਦੀ ਲੱਗ ਰਹੀ ਹਾਂ। ਉਸ ਘਰ ਵਾਲੇ ਨੇ ਬੜੇ ਗੌਰ ਦੇ ਨਾਲ ਦੇਖਿਆ ਜੀ ਚਿਹਰੇ ਦੇ ਵੱਲ, ਤੇ ਗੌਰ ਨਾਲ ਦੇਖ ਕੇ ਪਤਾ ਕੀ ਕਹਿੰਦਾ? ਕਹਿੰਦਾ ਕੀ ਗੱਲ, ਬਿਊਟੀ ਪਾਰਲਰ ਅੱਜ ਬੰਦ ਸੀ? ਸੋ ਬੰਦਾ ਜਿਹੜਾ ਹੈ ਨਾ, ਉਹ ਛੋਟੀਆਂ ਛੋਟੀਆਂ ਗੱਲਾਂ, ਹੁਣ ਖੂਬਸੂਰਤੀ ਦੇ ਵਿੱਚ ਜਦੋਂ ਤੁਸੀਂ ਤਾਰੀਫ ਕਰੋਗੇ ਕਿਸੇ ਦੀ, ਤੇ ਉਹ ਤਾਰੀਫ ਦੇ ਵਿੱਚੋਂ ਵੀ ਸੁੱਖ ਭਾਲਦਾ ਹੈ, ਮਜ਼ਾ ਭਾਲਦਾ ਹੈ ਕਿ ਕਿਆ ਬਾਤ, ਮੇਰੀ ਕਿਸੇ ਨੇ ਤਾਰੀਫ ਕਰ ਦਿੱਤੀ। ਪਰ ਸਾਧ ਸੰਗਤ, ਇਹ ਸੁੱਖ ਦੀ ਇਹ ਡੈਫੀਨੇਸ਼ਨ ਕਰੈਕਟ ਨਹੀਂ ਹੈ। ਇਸ ਨੂੰ ਸੁੱਖ ਨਹੀਂ ਕਹਿੰਦੇ। ਇਹ ਤਾਂ ਇੱਕ ਪਲ ਵਾਸਤੇ ਹੈ। ਜਿਵੇਂ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ ਕਿ ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਕਈ ਹੈ। ਇੱਕ ਪਲ ਦੇ ਵਿੱਚ ਕਿਸੇ ਨੇ ਤੁਹਾਡੀ ਤਾਰੀਫ ਕਰ ਦਿੱਤੀ, ਤੁਹਾਡੇ ਖਾਣੇ ਦੀ ਤਾਰੀਫ ਕਰ ਦਿੱਤੀ, ਤੁਹਾਡੇ ਕੱਪੜਿਆਂ ਦੀ ਤਾਰੀਫ ਕਰ ਦਿੱਤੀ, ਤੁਹਾਡੇ ਮੇਕਅਪ ਦੀ ਤਾਰੀਫ ਕਰ ਦਿੱਤੀ, ਜਾਂ ਤੁਹਾਡੇ ਘਰ ਦੀ ਤਾਰੀਫ ਕਰ ਦਿੱਤੀ, ਉਹ ਇੱਕ ਪਲ ਦੀ ਖੁਸ਼ੀ ਹੈ, ਉਹ ਸਦੀਵੀ ਸੁੱਖ ਨਹੀਂ ਹੈ, ਸਦਾ ਰਹਿਣ ਵਾਲਾ ਸੁੱਖ ਨਹੀਂ ਹੈ ਉਹ। ਤੇ ਸਤਿਗੁਰੂ ਜੀ ਕਹਿੰਦੇ ਇਸ ਸੁੱਖ ਦੇ ਵਿੱਚ ਪੈ ਕੇ ਨਾ ਇਸ ਮਨਮੁਖੀ ਜਨਮ ਗਵਾਇਆ, ਇਹਨੇ ਆਪਣਾ ਜੀਵਨ ਹੀ ਵੇਸਟ ਕਰ ਦਿੱਤਾ। ਇਹ ਉਸ ਸੁੱਖ ਤੱਕ ਪਹੁੰਚ ਹੀ ਨਹੀਂ ਸਕਿਆ ਜਿਸ ਸੁੱਖ ਤੱਕ ਇਸ ਨੂੰ ਗੁਰੂ ਸਾਹਿਬ ਪਹੁੰਚਾਉਣਾ ਚਾਹੁੰਦੇ ਸੀ। ਉਸ ਸੁੱਖ ਤੱਕ ਪਹੁੰਚ ਹੀ ਨਹੀਂ ਸਕਿਆ ਜਿਸ ਸੁੱਖ ਤੇ ਪਹੁੰਚ ਕੇ ਇਸ ਨੂੰ ਦੁਬਾਰਾ ਛੋਟੇ ਛੋਟੇ ਸੁੱਖਾਂ ਦੇ ਵਿੱਚ ਖਚਤ ਹੋਣ ਦੀ ਲੋੜ ਨਹੀਂ ਸੀ ਪੈਣੀ। ਉੱਥੋਂ ਤੱਕ ਇਹ ਪਹੁੰਚ ਹੀ ਨਹੀਂ ਸਕਿਆ। ਉੱਥੋਂ ਤੱਕ ਪਹੁੰਚਾਉਣਾ ਚਾਹ ਰਹੇ ਨੇ ਗੁਰੂ ਨਾਨਕ ਸਾਹਿਬ ਸਾਨੂੰ। ਸਤਿਗੁਰੂ ਜੀ ਕਹਿੰਦੇ ਤੂੰ ਆ ਕੀ ਛੋਟੇ ਛੋਟੇ ਮਜ਼ਿਆਂ ਦੇ ਵਿੱਚ ਮਸਤ ਹੋ ਕੇ ਰਹਿ ਗਿਆ ਹੈ। ਡੱਡੈ ਡੰਫ ਕਰੋ ਕਿਆ ਪ੍ਰਾਣੀ। ਹੁਣ ਜਦੋਂ ਮੈਂ ਚੰਗੇ ਕੱਪੜੇ ਪਹਿਨੇ ਹੋਣ ਜੀ ਆਪਣੀ ਤਰਫੋਂ, ਤੇ ਮੇਰੀ ਕੋਈ ਤਾਰੀਫ ਕਰ ਦਵੇ ਤੇ ਮੈਂ ਫੁੱਲਿਆ ਨਹੀਂ ਸਮਾਉਂਦਾ ਜੀ, ਚੌੜਾ ਹੋ ਕੇ ਤੁਰਨਾ। ਸਤਿਗੁਰੂ ਜੀ ਕਹਿੰਦੇ ਇਹ ਇੱਕ ਪ੍ਰਕਾਰ ਦਾ ਵਿਖਾਵਾ ਬਣ ਜਾਂਦਾ ਹੈ ਕਿ ਲੋਕ ਮੇਰੇ ਵੱਲ ਵੇਖਣ ਤੇ ਵੇਖ ਕੇ ਮੇਰੀ ਤਾਰੀਫ ਕਰਨ। ਜਾਂ ਮੈਂ ਘਰ ਬਣਾ ਲਿਆ ਜੀ ਮਾਲਕ ਦੀ ਕਿਰਪਾ ਦੇ ਨਾਲ, ਉਸ ਘਰ ਨੂੰ ਵੇਖ ਕੇ ਲੋਕ ਮੇਰੀ ਤਾਰੀਫ ਕਰਨ ਕਿ ਕਿਆ ਬਾਤ, ਕਿੱਡਾ ਖੂਬਸੂਰਤ ਬਣਾਇਆ। ਸਤਿਗੁਰੂ ਜੀ ਕਹਿੰਦੇ ਜਿਹੜੀਆਂ ਦਾਤਾਂ ਉਸ ਮਾਲਕ ਨੇ ਦਿੱਤੀਆਂ ਨਾ, ਤੈਨੂੰ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਦਾਤਾਂ ਨੂੰ ਦੇਖ ਕੇ ਉਸ ਮਾਲਕ ਦੀ ਯਾਦ ਤੈਨੂੰ ਆ ਜਾਂਦੀ। ਉਹਨਾਂ ਦਾਤਾਂ ਨੂੰ ਦੇਖ ਕੇ ਉਸ ਮਾਲਕ ਦੀ ਯਾਦ ਆਉਂਦੀ। ਪਰ ਹੋਇਆ ਕੀ ਹੈ, ਆਪੋਜ਼ਿਟ ਹੋ ਗਿਆ ਕੰਮ। ਜਿਹੜੀ ਵੀ ਦਾਤ ਮਾਲਕ ਨੇ ਮੈਨੂੰ ਦਿੱਤੀ, ਮੈਂ ਚਾਹੁੰਦਾ ਕਿ ਲੋਕ ਮੇਰੀ ਤਾਰੀਫ ਕਰਨ ਤੇ ਮੈਨੂੰ ਉਹਦੇ ਵਿੱਚੋਂ ਹਲਕੀ ਜੀ ਥੋੜੀ ਜੀ ਖੁਸ਼ੀ ਮਹਿਸੂਸ ਹੋਵੇ। ਗੁਰੂ ਅਰਜਨ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ ਜੀ, ਸੁਖਮਨੀ ਸਾਹਿਬ, ਮੇਰੇ ਖਿਆਲ ਤੁਸੀਂ ਸਾਰੇ ਹੀ ਪੜ੍ਹਦੇ ਹੋਵੋਗੇ, ਪਾਠ ਕਰਦੇ ਹੋਵੋਗੇ ਸੁਖਮਨੀ ਸਾਹਿਬ ਦਾ। ਤੇ ਉਹਦੇ ਵਿੱਚ ਸਤਿਗੁਰਾਂ ਨੇ ਕੀ ਕਿਹਾ ਹੈ? ਜਦੋਂ ਆਪਾਂ ਅਸ਼ਟਪਦੀ ਪੜ੍ਹਦੇ ਹਾਂ ਨਾ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਬੜਾ ਸਵਾਦਲਾ ਭੋਜਨ ਛਕਿਆ ਜੀ। ਹੁਣ ਭੋਜਨ ਛਕਣ ਤੋਂ ਬਾਅਦ ਮੇਰੀ ਜ਼ੁਬਾਨ ਤੋਂ ਇਹ ਲਫ਼ਜ਼ ਨਹੀਂ ਸੀ ਨਿਕਲਣੇ ਚਾਹੀਦੇ ਕਿ ਮਜ਼ਾ ਆ ਗਿਆ। ਨਹੀਂ, ਮੈਨੂੰ ਕਹਿਣਾ ਚਾਹੀਦਾ ਸੀ ਕਿ ਮਾਲਕਾ ਤੇਰੀ ਕਿਰਪਾ ਦੇ ਨਾਲ ਮੈਂ ਇਹ ਛਕਣ ਦੇ ਕਾਬਿਲ ਹੋ ਸਕਿਆ। ਪਰ ਉਹ ਲਫ਼ਜ਼ ਨਿਕਲਿਆ ਹੀ ਨਹੀਂ। ਜੇ ਥੋੜਾ ਜਿਹਾ ਨਮਕ ਤੇਜ਼ ਪੈ ਗਿਆ ਤੇ ਸ਼ੈਫ ਜਿਹੜਾ ਸੀ ਉਹਨੂੰ ਬੁਲਾ ਲਿਆ ਤੇ ਉਹਦੀ ਇਨਸਲਟ ਕਰ ਦਿੱਤੀ, ਤੈਨੂੰ ਖਾਣਾ ਨਹੀਂ ਬਣਾਉਣਾ ਆਉਂਦਾ। ਸਤਿਗੁਰੂ ਜੀ ਕਹਿੰਦੇ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਉਹਦੀ ਯਾਦ ਆਉਣੀ ਚਾਹੀਦੀ ਸੀ। ਤੇ ਜਦੋਂ ਯਾਦ ਆ ਜਾਂਦੀ ਨਾ ਉਹਦੀ ਅੰਦਰ, ਤੇ ਫਿਰ ਸਾਧ ਸੰਗਤ ਸੁੱਖ ਜਿਹੜਾ ਅੰਦਰਲਾ ਮਹਿਸੂਸ ਹੋਣਾ ਸੀ ਨਾ, ਉਹ ਅਸਲੀ ਸੁੱਖ ਹੋਣਾ ਸੀ, ਬਾਹਰ ਦਾ ਨਹੀਂ। ਵੈਸੇ ਵੀ ਸਿਆਣੇ ਕਹਿੰਦੇ ਨੇ, ਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਕਿਹਾ ਹੈ ਕਿ ਜਿਹੜੀ ਖੁਸ਼ੀ ਹੈ, ਜਿਹੜਾ ਸੁੱਖ ਹੈ ਨਾ, ਉਹ ਅੰਦਰ ਦਾ ਹੈ, ਬਾਹਰ ਦਾ ਸੁੱਖ ਸੁੱਖ ਨਹੀਂ ਹੈ। ਜੇਕਰ ਤੂੰ ਸੁੱਖ, ਜਿਹੜਾ ਇੱਕ ਸ਼ਬਦ ਆਪਾਂ ਪੜ੍ਹਦੇ ਨਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਇਹਦਾ ਮਤਲਬ ਕੀ ਹੈ ਜੀ? ਇੱਥੇ ਜਿਹੜਾ ਘਰ ਲਫ਼ਜ਼ ਹੈ ਨਾ, ਇਸ ਘਰ ਦੇ ਮੀਨਿੰਗ ਆਪਾਂ ਸਮਝਦੇ ਹਾਂ ਕਿ ਜਿਸ ਘਰ ਦੇ ਵਿੱਚ ਮੈਂ ਰਹਿ ਰਿਹਾ ਉਹ, ਪਰ ਅਸਲ 'ਚ ਉਸ ਘਰ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਮੇਰਾ ਘਰ ਹੈ, ਜਿੱਥੇ ਮੈਂ ਰਹਿੰਦਾ, ਜਿੱਥੇ ਮੇਰਾ ਪਰਿਵਾਰ ਰਹਿੰਦਾ, ਉਹ ਘਰ, ਉਸ ਘਰ ਦਾ ਮਤਲਬ ਨਹੀਂ ਹੈ ਉੱਥੇ ਘਰ ਦਾ ਮਤਲਬ ਹੈ ਇਹ ਮੇਰਾ ਅੰਦਰ ਹਿਰਦਾ। ਜਦੋਂ ਕਹਿੰਦੇ ਇਸ ਹਿਰਦੇ ਦੇ ਵਿੱਚ ਸੁੱਖ ਆ ਗਿਆ, ਇਸ ਮੇਰੇ ਘਰ ਦੇ ਵਿੱਚ ਸੁੱਖ ਆ ਗਿਆ, ਬਾਹਰ ਸੁੱਖ ਪਾਇਆ, ਬਾਹਰ ਆਪਣੇ ਆਪ ਹੀ ਸੁੱਖ ਜੀ। ਫਿਰ ਭਾਵੇਂ ਮੈਨੂੰ ਕੋਈ ਕੁਛ ਆਣ ਕੇ ਕਹਿ ਵੀ ਜਾਵੇ, ਭਾਵੇਂ ਮੈਨੂੰ ਕੋਈ ਗਾਲਾਂ ਵੀ ਕੱਢ ਦੇ,
ਮੇਰੇ ਅੰਦਰਲਾ ਸੁੱਖ ਚੇਂਜ ਹੋਣ ਵਾਲਾ ਨਹੀਂ, ਮੇਰੇ ਚਿਹਰੇ ਦੇ ਐਕਸਪ੍ਰੈਸ਼ਨਸ ਚੇਂਜ ਹੋਣ ਵਾਲੇ ਨਹੀਂ। ਮੈਂ ਸਟਿਲ ਰਵਾਂਗਾ, ਸੇਮ ਰਵਾਂਗਾ, ਕਾਮ ਰਵਾਂਗਾ। ਕਿਉਂ? ਕਿਉਂਕਿ ਮੇਰੇ ਘਰ ਦੇ ਅੰਦਰ ਸੁੱਖ ਹੈ। ਤੇ ਉਹ ਸੁੱਖ ਆਉਣਾ ਕਿੱਥੋਂ ਸੀ? ਜੇਕਰ ਉਹਨਾਂ ਦਾਤਾਂ ਦੇ ਵਿੱਚੋਂ ਮੈਂ ਉਸ ਦਾਤਾਰ ਪਿਤਾ ਨੂੰ ਯਾਦ ਕਰਦਾ, ਜਿਸ ਘਰ ਦੇ ਵਿੱਚ ਮੈਂ ਰਹਿ ਰਿਹਾ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਮੈਨੂੰ ਰਾਤ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਸੀ ਸੌਣ ਲੱਗਿਆ, ਮਾਲਕ ਤੇਰੀ ਕਿਰਪਾ ਦੇ ਨਾਲ ਮੇਰੇ ਸਿਰ ਦੇ ਉੱਤੇ ਛੱਤ ਹੈ। ਤੇ ਸਾਧ ਸੰਗਤ ਜਦੋਂ ਰਾਤ ਨੂੰ ਉਹਦਾ ਸ਼ੁਕਰਾਨਾ ਕਰਕੇ ਸੌਈਏ ਨਾ, ਹੁਣ ਦੇਖਿਓ ਇੱਕ ਪਲ ਵਾਸਤੇ ਆਪਣੇ ਅੰਦਰ ਝਾਤ ਮਾਰ ਕੇ ਦੇਖੀ, ਜਦੋਂ ਸਵੇਰੇ ਆਪਾਂ ਜਾਗਦੇ ਹਾਂ, ਜਦੋਂ ਅੱਖ ਖੁੱਲਦੀ ਹੈ, ਨੀਂਦ ਵਿੱਚੋਂ ਉੱਠਦੇ ਹਾਂ, ਤੇ ਅਸੀਂ ਕੀ ਕਰਦੇ ਹਾਂ? ਉੱਠ ਕੇ ਸਭ ਤੋਂ ਪਹਿਲਾਂ ਕੀ ਕਰਦੇ ਹਾਂ? ਕਈ ਮੇਰੇ ਵਰਗੇ ਉੱਠ ਕੇ ਅੱਖਾਂ ਮਲਣਗੇ ਜੀ। ਕਈ ਅੱਖਾਂ ਮਲਣ ਤੋਂ ਪਹਿਲਾਂ ਵੀ ਮੋਬਾਈਲ ਸਰਾਣੇ ਤੇ ਪਿਆ ਹੁੰਦਾ, ਫੜ ਕੇ ਦੇਖਣਗੇ, ਚੈੱਕ ਕਰਨਗੇ ਮੈਸੇਜ ਕਿਹਦੇ ਆਏ ਨੇ। ਇਦਾਂ ਹੀ ਹੁੰਦਾ। ਪਰ ਬਹੁਤ ਰੇਅਰ ਉਹ ਇਨਸਾਨ ਹੋਣਗੇ ਜਿਹੜੇ ਉੱਠਦਿਆਂ ਸਾਰੀ ਹੱਥ ਜੋੜ ਕੇ ਚਿਹਰੇ ਦੇ ਉੱਤੇ ਸਮਾਈਲ ਲਿਆ ਕੇ ਉਸ ਮਾਲਕ ਦਾ ਸ਼ੁਕਰਾਨਾ ਕਰਨਗੇ। ਬਹੁਤ ਘੱਟ ਹੋਣਗੇ ਐਸੇ, ਜਿਹਦੀ ਸਵੇਰ ਅੱਖਾਂ ਮਲਦਿਆਂ ਮੱਥੇ ਦੇ ਉੱਤੇ ਤਿਉੜੀਆਂ ਸਮਝਦੇ ਹੋ ਜੀ, ਫਰਾਉਨ ਜਿਹਨੂੰ ਕਹਿੰਦੇ ਨੇ ਇੰਗਲਿਸ਼ ਦੇ ਵਿੱਚ, ਮੱਥੇ ਦੇ ਉੱਤੇ ਤਿਉੜੀਆਂ, ਅਲਾਰਮ ਵੱਜ ਗਿਆ, ਉੱਠਣਾ ਪੈ ਰਿਹਾ। ਜਿਸ ਦੀ ਸਵੇਰ ਇਸ ਤਰੀਕੇ ਦੇ ਨਾਲ ਸਟਾਰਟ ਹੁੰਦੀ ਪਈ ਹੈ, ਉਹਦਾ ਦਿਨ ਸੁਖੀ ਕਿਵੇਂ ਨਿਕਲੇਗਾ? ਜਿਹਦੇ ਚਿਹਰੇ ਦੇ ਉੱਤੇ ਸਵੇਰੇ ਸਮਾਈਲ ਹੋਵੇ ਜੀ, ਸ਼ੁਕਰਾਨੇ ਦੇ ਵਿੱਚ ਜਾਗੇ ਜਿਹੜਾ ਸਾਧ ਸੰਗਤ, ਉਹਦਾ ਸਾਰਾ ਦਿਨ ਹੀ ਬੜਾ ਆਨੰਦ ਦੇ ਵਿੱਚ ਲੰਘੇਗਾ। ਜਿਹਨੇ ਰਾਤ ਨੂੰ ਸ਼ੁਕਰਾਨਾ ਕੀਤਾ, ਸਵੇਰ ਉਹਦੀ ਇਸ ਤਰੀਕੇ ਦੀ ਹੋਏਗੀ। ਪਰ ਜਿਹੜਾ ਰਾਤ ਨੂੰ ਮੋਬਾਈਲ ਦੇ ਨਾਲ ਟੱਕਰਾਂ ਮਾਰਦਾ ਸੁੱਤਾ ਹੈ, ਸਵੇਰੇ ਵੀ ਉਸੇ ਤਰ੍ਹਾਂ ਹੀ ਉੱਠੇਗਾ। ਹੁੰਦਾ ਨਾ ਜੀ ਏਦਾਂ, ਰਾਤ ਨੂੰ ਸੌਣ ਲੱਗਿਆ ਆਪਾਂ ਮੋਬਾਈਲ ਚੈੱਕ ਕਰਕੇ ਰੱਖਦੇ ਹਾਂ, ਉੱਠਦਿਆਂ ਸਾਰ ਹੱਥ ਦੇ ਵਿੱਚ ਮੋਬਾਈਲ ਆ ਜਾਂਦਾ ਹੈ। ਤੇ ਸੇਮ ਇਸੇ ਤਰ੍ਹਾਂ ਜੇਕਰ ਆਪਾਂ ਰਾਤ ਨੂੰ ਸ਼ੁਕਰਾਨਾ ਕਰਕੇ ਸੌਂਈਏ, ਸਵੇਰੇ ਆਪਣੇ ਆਪ ਹੀ ਜਗਵਾਨ ਦੇ ਉੱਤੇ ਸ਼ੁਕਰਾਨਾ ਹੋਏਗਾ, ਮਾਲਕ ਤੇਰੀ ਕਿਰਪਾ ਦੇ ਨਾਲ ਜਾਗਿਆ। ਤੇ ਹਰ ਇੱਕ ਚੀਜ਼ ਦੇ ਵਿੱਚੋਂ, ਹਰ ਇੱਕ ਦਾਤ ਦੇ ਵਿੱਚੋਂ ਉਸ ਮਾਲਕ ਦੀ ਯਾਦ ਆਉਣੀ ਚਾਹੀਦੀ ਸੀ। ਤੇ ਜਦੋਂ ਯਾਦ ਆ ਜਾਂਦੀ, ਫਿਰ ਅੰਦਰ ਦਾ ਸੁੱਖ ਨਸੀਬ ਹੋਣਾ ਸੀ। ਪਰ ਉਹ ਸੁੱਖ ਨਸੀਬ ਹੋ ਹੀ ਨਹੀਂ ਪਾਇਆ। ਕਿਉਂ? ਕਿਉਂਕਿ ਮੈਂ ਆਪਣੀ ਖੁਸ਼ੀ ਦਾ, ਆਪਣੇ ਸੁੱਖ ਦਾ ਜਿਹੜੀ ਪਰਿਭਾਸ਼ਾ ਹੈ, ਜਿਹੜੀ ਡੈਫੀਨੇਸ਼ਨ ਹੈ, ਉਹਨੂੰ ਥੋੜਾ ਆਪਣੇ ਅਕੋਰਡਿੰਗਲੀ ਢਾਲ ਲਿਆ ਹੈ। ਸਤਿਗੁਰੂ ਜੀ ਕਹਿੰਦੇ ਇਵੇਂ ਨਾ ਕਰ। ਜਿਨ੍ਹਾਂ ਚੀਜ਼ਾਂ ਦੇ ਵਿੱਚੋਂ ਤੂੰ ਸੁੱਖ ਭਾਲਦਾ ਹੈ ਨਾ, ਉਹ ਸਭ ਕੁਝ ਇੱਕ ਦਿਨ ਖਤਮ ਹੋ ਜਾਣੀਆਂ ਨੇ। ਡੱਡੈ ਡੰਫ ਕਰੋ ਕਿਆ ਪ੍ਰਾਣੀ। ਡੰਫ ਦਾ ਮਤਲਬ ਫਿਰ ਯਾਦ ਰੱਖਿਓ, ਵਿਖਾਵਾ ਕਰਨਾ। ਡੱਡੈ ਡੰਫ ਕਰੋ ਕਿਆ ਪ੍ਰਾਣੀ। ਸਤਿਗੁਰੂ ਜੀ ਕਹਿੰਦੇ ਕਿਉਂ ਵਿਖਾਵਾ ਕਰਦਾ ਪਿਆ? ਜੇ ਤੇਰੇ ਕੋਲ 4 ਪੈਸੇ ਮਾਲਕ ਨੇ ਤੈਨੂੰ ਦਿੱਤੇ ਹੋਏ ਨੇ, ਤਾਂ ਉਹਨਾਂ ਪੈਸਿਆਂ ਦਾ ਹੰਕਾਰ ਕਿਉਂ ਕਰਦਾ? ਕਿਉਂ ਵਿਖਾਵਾ ਕਰ ਰਿਹਾ ਹੈ? ਕਿਉਂ ਲੋਕਾਂ ਨੂੰ ਦੱਸਦਾ ਪਿਆ ਕਿ ਮੇਰੇ ਕੋਲ ਇਹ ਚੀਜ਼ਾਂ ਹੈਗੀਆਂ ਨੇ? ਠੀਕ ਹੈ, ਮਾਲਕ ਦੀਆਂ ਦਿੱਤੀਆਂ ਹੋਈਆਂ ਨੇ, ਉਹਦਾ ਸ਼ੁਕਰਾਨਾ ਕਰ। ਜੋ ਕਿਛ ਹੋਵਾ ਦਾ ਮਤਲਬ ਹੈ ਜੋ ਕੁਝ ਸਾਨੂੰ ਸੰਸਾਰ ਦੇ ਵਿੱਚ ਨਜ਼ਰ ਆ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਬਚਨ ਹੈ ਜੀ, ਸ੍ਰੀ ਰਾਗ ਦੇ ਵਿੱਚ। ਉੱਥੇ ਪਤਾ ਕੀ ਕਹਿੰਦੇ ਗੁਰੂ ਸਾਹਿਬ? ਕਹਿੰਦੇ ਮੁਕਾਮ ਕਰ ਘਰ ਬੈਸਣਾ ਨਿਤ ਚਲਣਾ ਕੀ ਧੋਖ। ਮੁਕਾਮ ਦਾ ਮਤਲਬ ਹੁੰਦਾ ਟਿਕਾਣਾ। ਸਤਿਗੁਰੂ ਜੀ ਕਹਿੰਦੇ ਚਾਹੇ ਇਨਸਾਨ ਕੋਈ ਆਪਣੇ ਘਰ ਦੇ ਵਿੱਚ ਬੈਠਾ ਹੋਇਆ ਹੈ, ਪਰ ਉਸ ਘਰ ਦੇ ਵਿੱਚ ਉਸਨੇ ਸਦਾ ਨਹੀਂ ਰਹਿਣਾ। ਉਹਦਾ ਉਸ ਘਰ ਦੇ ਵਿੱਚ ਟਿਕਾਣਾ ਸਦਾ ਵਾਸਤੇ ਨਹੀਂ ਹੈ। ਇੱਕ ਲਿਮਟ ਹੈ ਉਹਦੀ ਜ਼ਿੰਦਗੀ ਦੀ, ਮਾਲਕ ਨੇ ਦਿੱਤੀ ਹੋਈ। ਜਦੋਂ ਉਹ ਲਿਮਟ ਕੰਪਲੀਟ ਹੋ ਜਾਏਗੀ, ਜਦੋਂ ਇਹਦੀ ਉਮਰ ਪੂਰੀ ਹੋ ਜਾਏਗੀ, ਉਸ ਨੂੰ ਘਰ ਛੱਡ ਕੇ ਜਾਣਾ ਪੈਣਾ ਹੈ। ਮੁਕਾਮ ਕਰ ਘਰ ਬੈਸਣਾ ਨਿਤ ਚਲਣਾ ਕੀ ਧੋਖ। ਮੁਕਾਮ ਤਾ ਪਰ ਜਾਣੀਐ ਜਾਂ ਰਹਿ ਨਹਿਚਲ ਲੋਕ। ਇਹਦਾ ਮਤਲਬ ਹੈ ਕਿ ਇਸ ਸੰਸਾਰ ਨੂੰ ਅਸਲੀ ਟਿਕਾਣਾ ਤਾਂ ਸਮਝਣਾ ਚਾਹੀਦਾ ਨਾ, ਜੇਕਰ ਇਸ ਨੇ ਸਦਾ ਰਹਿਣਾ ਹੋਵੇ। ਇਹ ਸੰਸਾਰ ਤਾਂ ਹੈ ਹੀ, ਕੀ ਕਹਿੰਦੇ ਹੁੰਦੇ ਜੀ, ਕੁਝ ਸਮੇਂ ਵਾਸਤੇ। ਜਿਵੇਂ ਗੁਰੂ ਅਰਜਨ ਸਾਹਿਬ ਕਿ ਕਈ ਵਾਰ ਪਸਰਿਓ ਪਾਸਾਰ। ਇਹਦਾ ਮਤਲਬ ਹੈ ਇਸ ਸੰਸਾਰ ਨੂੰ, ਇਸ ਧਰਤੀ ਨੂੰ ਮਾਲਕ ਨੇ ਇੱਕ ਵਾਰ ਨਹੀਂ ਬਣਾਇਆ, ਕਈ ਵਾਰ ਇਸ ਨੂੰ ਕ੍ਰੀਏਟ ਕੀਤਾ ਹੈ, ਕਈ ਵਾਰ ਇਸ ਨੂੰ ਡਿਸਟਰੋਏ ਕੀਤਾ ਹੈ। ਤੇ ਜਿਹੜਾ ਇਹ ਸੰਸਾਰ ਹੁਣ ਨਜ਼ਰ ਆ ਰਿਹਾ ਹੈ, ਇਹ ਵੀ ਇੱਕ ਦਿਨ ਖਤਮ ਹੋਏਗਾ। ਤੇ ਜੇਕਰ ਗੌਰ ਦੇ ਨਾਲ ਆਪਾਂ ਦੇਖੀ ਨਾ ਸਾਧ ਸੰਗਤ, ਉਸ ਡਿਸਟਰਕਸ਼ਨ ਵੱਲ ਇਹ ਸੰਸਾਰ ਹੁਣ ਵੱਧਦਾ ਪਿਆ ਜੀ। ਜਿੰਨੀ ਗਰਮੀ, ਜਿੰਨੀ ਗਲੋਬਲ ਵਾਰਮਿੰਗ ਹੁਣ ਹੁੰਦੀ ਪਈ ਹੈ ਨਾ, ਸਮਝ ਲੱਗਦੀ ਪਈ ਹੈ ਕਿ ਆਉਣ ਵਾਲੇ ਕੁਝ ਕੁ ਸਾਲਾਂ ਦੇ ਵਿੱਚ, ਕੋਈ 10, 15, 20 ਜ਼ਿਆਦਾ ਵੀ ਲੱਗ ਸਕਦੇ ਨੇ, ਇਹ ਸੰਸਾਰ ਖਤਮ ਜ਼ਰੂਰ ਹੋਏਗਾ। ਸੋ ਸਤਿਗੁਰੂ ਜੀ ਕਹਿੰਦੇ ਦੁਨੀਆ ਕੈਸ ਮੁਕਾਮ। ਇਹ ਸੰਸਾਰ ਸਦਾ ਰਹਿਣ ਵਾਲਾ ਥੋੜੀ ਨਾ। ਇਸੇ ਸ਼ਬਦ ਦੇ ਵਿੱਚ ਲਾਸਟ ਪੰਕਤੀਆਂ ਦੇ ਵਿੱਚ ਜਾ ਕੇ ਸਤਿਗੁਰੂ ਜੀ ਕਹਿੰਦੇ ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਿਕਾ ਲੱਖ ਪਲੋਏ। ਕਹਿੰਦੇ ਦਿਨ, ਆ ਜਿਹੜਾ ਦਿਨ ਹੈ ਜੀ, ਦਿਨ ਚੜਿਆ
ਇਹ ਵੀ ਕਹਿੰਦੇ ਖਤਮ ਹੋ ਜਾਣਾ ਹੈ। ਚੰਦਰਮਾ ਵੀ ਖਤਮ ਹੋਏਗਾ, ਸੂਰਜ ਜਿਹੜਾ ਸਾਰੇ ਸੰਸਾਰ ਨੂੰ ਰੌਸ਼ਨੀ ਦਿੰਦਾ ਪਿਆ ਇਹ ਵੀ ਖਤਮ ਹੋਏਗਾ। ਜਿਹੜੇ ਰਾਤ ਨੂੰ ਤਾਰੇ ਨਜ਼ਰ ਆਉਂਦੇ ਨੇ ਨਾ ਆਕਾਸ਼ ਦੇ ਵਿੱਚ, ਉਹ ਤਾਰੇ ਵੀ ਕਹਿੰਦੇ ਖਤਮ ਹੋਣਗੇ ਇੱਕ ਦਿਨ। ਬਸ ਇੱਕ ਉਹ ਮਾਲਕ ਹੀ ਹੈ ਜਿਸ ਨੇ ਖਤਮ ਨਹੀਂ ਹੋਣਾ। ਦਿਨ ਰਵ ਚੱਲੈ ਨਿਸ ਸਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ। ਕਹਿੰਦੇ ਉਹ ਮਾਲਕ ਸਦਾ ਰਹਿਣ ਵਾਲਾ ਹੈ। ਤੇ ਹੁਣ ਇਹ ਗੱਲ ਪੱਕੀ ਹੈ ਕਿ ਜਿਹੜੀਆਂ ਚੀਜ਼ਾਂ ਸਦਾ ਰਹਿਣ ਵਾਲੀਆਂ ਨਹੀਂ, ਜਦੋਂ ਉਹਨਾਂ ਦੇ ਨਾਲ ਅਸੀਂ ਅਟੈਚ ਹੋਵਾਂਗੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਖੁਸ਼ੀ ਕੁਝ ਪਲ ਵਾਸਤੇ ਮਿਲੇਗੀ ਨਾ, ਉਹ ਸਦਾ ਦੀ ਨਹੀਂ ਹੈ। ਇਹ ਗੱਲ ਤਾਂ ਪੱਕੀ ਹੋ ਗਈ। ਦੂਜੀ ਗੱਲ ਇਹ ਹੈ ਕਿ ਜਿਸ ਮਾਲਕ ਨੇ ਕਦੇ ਖਤਮ ਹੀ ਨਹੀਂ ਹੋਣਾ, ਜਦੋਂ ਉਹਦੇ ਨਾਲ ਜੁੜਾਂਗੇ ਤੇ ਜਿਹੜਾ ਉਸਥੋਂ ਸੁੱਖ ਮਿਲੇਗਾ ਉਹ ਸੁੱਖ ਵੀ ਕਦੇ ਖਤਮ ਨਹੀਂ ਹੋਏਗਾ। ਇੰਨੀ ਕੁ ਗੱਲ ਸਮਝ ਜਾਈਏ। ਤੇ ਜੇ ਇਸ ਗੱਲ ਨੂੰ ਸਮਝ ਗਏ ਨਾ ਸਾਧ ਸੰਗਤ, ਫਿਰ ਹਰ ਇੱਕ ਉਸ ਮਾਲਕ ਦੀ ਦਿੱਤੀ ਹੋਈ ਦਾਤ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਹਦਾ ਸ਼ੁਕਰਾਨਾ ਜ਼ਰੂਰ ਹੋਏਗਾ, ਜ਼ਰੂਰ ਸ਼ੁਕਰਾਨਾ ਹੋਏਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਹੀ ਕਰਨ ਵਾਸਤੇ ਸਾਨੂੰ ਕਹਿੰਦੇ ਪਏ ਨੇ। ਕਹਿੰਦੇ ਤਿਸੈ ਸਰੇਵਹੁ ਤਾਂ ਸੁਖ ਪਾਵੋ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੀ ਸੋਰਠ ਰਾਗ ਦੇ ਵਿੱਚ ਗੱਲ ਕਹੀ ਹੈ ਜੀ ਇਹੀ। ਕਹਿੰਦੇ ਜੇਤੀ ਸਮੱਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਨੀ। ਜੇਤੀ ਸਮੱਗਰੀ, ਸਮੱਗਰੀ ਦਾ ਮਤਲਬ ਹੈ ਜੀ ਪਦਾਰਥ ਕਹਿ ਲਈਏ, ਜੋ ਕੁਝ ਸਾਨੂੰ ਨਜ਼ਰ ਆਉਂਦਾ ਪਿਆ ਹੈ, ਜੋ ਕੁਝ ਮੇਰੇ ਕੋਲ ਹੈ, ਜੋ ਕੁਝ ਤੁਹਾਡੇ ਕੋਲ ਹੈ, ਤੇਤੀ ਹੀ ਛੱਡ ਜਾਨੀ। ਉਹ ਇੱਥੇ ਹੀ ਛੱਡ ਕੇ ਆਪਾਂ ਚਲੀ ਜਾਣੀ ਹੈ। ਨਾਲ ਜਾਣਾ ਹੈ ਕੁਝ ਨਹੀਂ ਜਾਣਾ। ਤੇ ਸਤਿਗੁਰੂ ਜੀ ਕਹਿੰਦੇ ਫਿਰ ਵਿਖਾਵਾ ਕਿਉਂ ਕਰਦਾ? ਪਤਾ ਵੀ ਹੈ, ਇਹ ਨਹੀਂ ਕਿ ਮੈਨੂੰ ਪਤਾ ਨਹੀਂ ਹੈ, ਇਹ ਨਹੀਂ ਕਿ ਜਾਂ ਤੁਹਾਨੂੰ ਨਹੀਂ ਪਤਾ ਜਾਂ ਬਾਕੀ ਸੰਸਾਰ ਦੇ ਲੋਕਾਂ ਨੂੰ ਨਹੀਂ ਪਤਾ, ਪਤਾ ਸਭ ਨੂੰ ਹੀ ਹੈ ਕਿ ਨਾਲ ਕੁਝ ਨਹੀਂ ਜਾਣਾ। ਪਰ ਇਹਦੇ ਬਾਵਜੂਦ ਵੀ ਇੰਨਾ ਕੁ ਅਟੈਚ ਹੋਏ ਪਏ ਆ ਇਹਨਾਂ ਪਦਾਰਥਾਂ ਦੇ ਨਾਲ, ਇਸ ਮਾਇਆ ਦੇ ਨਾਲ, ਕਿ ਇਵੇਂ ਲੱਗਦਾ ਹੈ ਕਿ ਸ਼ਾਇਦ ਇਸ ਨੂੰ ਮੈਂ ਆਪਣੇ ਨਾਲ ਹੀ ਲੈ ਕੇ ਜਾਵਾਂਗਾ। ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇਤੀ ਸਮੱਗਰੀ ਦੇਖੋ ਰੇ ਨਰ, ਹੇ ਨਰ, ਹੇ ਇਨਸਾਨ, ਜੋ ਕੁਝ ਦੇਖਦਾ ਪਿਆ ਹੈ ਤੇਤੀ ਹੀ ਛੱਡ ਜਾਨੀ। ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਹੈ, ਨਾਲ ਇੱਕ ਕਿਣਕਾ ਮਾਤਰ ਤੱਕ ਨਹੀਂ ਜਾਣਾ। ਉਹ ਮੇਰੇ ਖਿਆਲ ਸਾਖੀ ਤੁਹਾਨੂੰ ਯਾਦ ਹੋਏਗੀ। ਗੁਰੂ ਨਾਨਕ ਸਾਹਿਬ ਜਦੋਂ ਦੁਨੀ ਚੰਦ ਨੂੰ ਮਿਲਦੇ ਨੇ, ਦੁਨੀ ਚੰਦ ਨੂੰ ਮਿਲਦੇ ਨੇ ਲਾਹੌਰ ਦੇ ਵਿੱਚ, ਤੇ ਕੀ ਦੇਖਦੇ ਨੇ ਕਿ ਉਹਦੇ ਘਰ ਦੇ ਉੱਤੇ ਝੰਡੇ ਝੂਲਦੇ ਪਏ ਨੇ ਜੀ। ਕੋਈ ਸਮਾਂ ਸੀ ਜਦੋਂ ਜਿਸ ਦੇ ਕੋਲ ਜਿੰਨੀ ਮਾਇਆ ਹੈ ਉਸ ਮਾਇਆ ਦੇ ਅਕੋਰਡਿੰਗਲੀ ਆਪਣੇ ਘਰ ਦੀ ਛੱਤ ਦੇ ਉੱਤੇ ਝੰਡੇ ਫਲੈਗ ਲਗਾਉਂਦਾ ਹੁੰਦਾ ਸੀ। ਤੇ 7 ਝੰਡੇ ਸੀ ਜੀ ਇਹਦੇ ਘਰ ਦੇ ਉੱਤੇ ਝੁਲਦੇ ਪਏ, 7 ਫਲੈਗਸ। ਤੇ ਉਹਦਾ ਮਤਲਬ ਸੀ ਕਿ ਉਸ ਦੁਨੀ ਚੰਦ ਦੇ ਕੋਲ 7 ਲੱਖ ਦੇ ਕਰੀਬ ਮਾਇਆ ਦੌਲਤ ਹੈ, ਐਸਟੀਮੇਟ। ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਦੇਖਿਆ, ਹੁਣ ਉਹ ਪਰਦਾ ਚੁੱਕਣਾ ਸੀ ਨਾ, ਮਾਇਆ ਦਾ ਉਪਦੇਸ਼ ਦੇਣਾ ਸੀ, ਤੇ ਉਹ ਸੂਈ ਦਿੱਤੀ ਨਾ ਜੀ ਇੱਕ ਉਹਨੂੰ, ਸ਼ਾਰਟ ਦੇ ਵਿੱਚ ਸੂਈ ਦਿੱਤੀ ਇੱਕ ਉਹਨੂੰ, ਕਿਹਾ ਕਿ ਆਪਾਂ ਤੇਰੇ ਕੋਲ ਅਗਲੇ ਜਹਾਨ ਦੇ ਵਿੱਚ ਲੈ ਲਾਂਗੇ। ਤੇ ਜਦੋਂ ਘਰ ਆਇਆ, ਘਰ ਵਾਲੀ ਨੇ ਸਮਝਾਇਆ, ਕਹਿੰਦੇ ਨਾਲ ਕੁਝ ਨਹੀਂ ਜਾਂਦਾ, ਇਹ ਸੂਈ ਵੀ ਨਹੀਂ ਜਾਣੀ, ਤੂੰ ਕੀ ਪ੍ਰੋਮਿਸ ਕਰਕੇ ਆ ਗਿਆ? ਗਿਆ ਵਾਪਸ ਜਾ ਕੇ ਉਹ ਸੂਈ ਵਾਪਸ ਕਰਦਿਆਂ ਹੋਇਆ ਕਿਹਾ, ਕਹਿਣ ਲੱਗਾ ਬਾਬਾ ਮੈਨੂੰ ਹੁਣ ਸਮਝ ਪਈ ਹੈ ਕਿ ਨਾਲ ਤੇ ਕੁਝ ਨਹੀਂ ਜਾਣਾ, ਮੈਂ ਸੂਈ ਤੁਹਾਨੂੰ ਉੱਥੇ ਕਿਵੇਂ ਦੇਵਾਂਗਾ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਸੂਈ ਨਹੀਂ ਜਾਣੀ ਨਾਲ, ਤੇ ਆ ਜਿਹੜਾ ਵਿਖਾਵਾ ਇੰਨਾ ਡੰਫ, ਆ ਵਿਖਾਵਾ ਜਿਹਾ ਜਿਹੜਾ ਕਰਕੇ ਬੈਠਾ ਹੈ, ਕਿ ਇਹਨੇ ਨਾਲ ਜਾਣਾ ਹੈ? ਅੱਖਾਂ ਖੁੱਲ ਗਈਆਂ ਸਾਧ ਸੰਗਤ, ਜੁੜ ਗਿਆ ਬੰਦਗੀ ਦੇ ਵਿੱਚ। ਗੁਰੂ ਨਾਨਕ ਸਾਹਿਬ ਕਹਿੰਦੇ ਅੱਖਾਂ ਤੇ ਜਿਹੜੀ ਪੱਟੀ ਵੱਜੀ ਪਈ ਹੈ ਨਾ ਮਾਇਆ ਦੀ, ਵਿਖਾਵੇ ਦੀ, ਇਹਨੂੰ ਉਤਾਰ ਦੇ, ਕੁਛ ਨਹੀਂ ਰੱਖਿਆ ਵਿਖਾਵਾ ਕਰਨ ਦੇ ਵਿੱਚ। ਜੇ ਵਿਖਾਵੇ ਦੇ ਵਿੱਚ ਪਏਗਾ ਲਾਈਫ, ਮਨਮੁਖੀ ਜਨਮ ਗਵਾਇਆ, ਲਾਈਫ ਨੂੰ ਵੇਸਟ ਕਰੇਗਾ। ਪਰ ਜੇਕਰ ਤਿਸੈ ਸਰੇਵਹੁ, ਜਿਸ ਮਾਲਕ ਨੇ ਤੈਨੂੰ ਦਾਤਾਂ ਦਿੱਤੀਆਂ, ਉਹਨੂੰ ਸਰੇਵਹੁ ਦਾ ਮਤਲਬ ਉਹਨੂੰ ਯਾਦ ਕਰਨਾ ਜਦੋਂ ਤੂੰ ਸਟਾਰਟ ਕਰ ਦਵੇਂਗਾ, ਫਿਰ ਕੀ ਹੋਏਗਾ? ਸਤਿਗੁਰੂ ਜੀ ਕਹਿੰਦੇ ਤਾਂ ਸੁਖ ਪਾਵੋ। ਫਿਰ ਉਸ ਯਾਦ ਦੇ ਵਿੱਚੋਂ ਜਿਹੜਾ ਸੁਖ ਨਿਕਲੇਗਾ ਨਾ ਸਾਧ ਸੰਗਤ, ਉਹ ਸੁਖ ਹਮੇਸ਼ਾ ਰਹੇਗਾ। ਉਹ ਸੁਖ ਤੁਹਾਡੇ ਅੰਦਰ, ਹਾਲਾਤ ਜਿਵੇਂ ਦੇ ਮਰਜ਼ੀ ਹੋ ਜਾਣ ਬਾਹਰ ਦੇ, ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਜਿਸ ਤਰ੍ਹਾਂ ਦੀ ਮਰਜ਼ੀ ਸਿਚੁਏਸ਼ਨ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਏ, ਪਰ ਜੇਕਰ ਤੁਹਾਡੇ ਅੰਦਰ ਸੁਖ ਹੈ ਨਾ, ਬਾਹਰ ਦੀ ਸਿਚੁਏਸ਼ਨ ਤੁਹਾਡੇ ਅੰਦਰ ਨੂੰ ਅਫੈਕਟ ਨਹੀਂ ਕਰ ਪਾਏਗੀ। ਉੱਥੇ ਹਮੇਸ਼ਾ ਹੀ ਸੁਖ ਬਣਿਆ ਰਹੇਗਾ, ਉੱਥੇ ਹਮੇਸ਼ਾ ਹੀ ਪੀਸ ਰਹੇਗੀ, ਸ਼ਾਂਤੀ ਰਹੇਗੀ, ਚਿਹਰਾ ਤੁਹਾਡਾ ਸ਼ਾਂਤ ਰਹੇਗਾ। ਪਰ ਜੇਕਰ ਅੰਦਰ ਸੁਖ ਨਹੀਂ ਹੈ, ਬਾਹਰ ਚਾਹੇ ਤੁਸੀਂ ਏਸੀ ਦੇ ਵਿੱਚ ਵੀ ਬੈਠੇ ਹੋ, ਬਾਹਰ ਗਰਮੀ ਬੜੀ ਹੈ, ਹੁਣ ਆਪਾਂ ਇਹ 에ਅਰਕੌਨ ਦੇ ਵਿੱਚ ਬੈਠੇ ਹੋਏ ਆ, ਤੁਹਾਡੇ ਅੰਦਰ ਨੂੰ ਫਿਰ ਵੀ ਸ਼ਾਂਤੀ ਨਹੀਂ ਆਣੀ। ਬੜੀ ਦੌਲਤ ਹੋਵੇ ਇਨਸਾਨ ਦੇ ਕੋਲ, ਰਾਤ ਨੂੰ ਨੀਂਦ ਨਹੀਂ ਆਉਂਦੀ, ਬੜਾ ਖੂਬਸੂਰਤ ਬੈੱਡ ਹੋਵੇ,
ਉਹ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹ ਲਿਆ ਕਰੋ, ਜਿਹ ਪ੍ਰਸਾਦ ਸੁਖ ਸੇਜ ਸੋਈਜੈ। ਬੜਾ ਖੂਬਸੂਰਤ, ਸੇਜ ਦਾ ਮਤਲਬ ਹੈ ਜੀ ਬੈੱਡ, ਸੌਂਦਾ ਪਿਆ। ਪਰ ਕਈ ਐਸੇ ਨੇ ਜੀ, ਬੈੱਡ ਬੜਾ ਖੂਬਸੂਰਤ ਹੈ ਪਰ ਉਹਦੇ ਉੱਤੇ ਨੀਂਦ ਨਹੀਂ ਆਉਂਦੀ, ਸਾਰੀ ਰਾਤ ਪਾਸੀ ਮਾਰਦਿਆਂ ਨਿਕਲ ਜਾਂਦੀ ਹੈ। ਕਿਉਂ? ਕਿਉਂਕਿ ਅੰਦਰ ਦਾ ਸੁੱਖ ਨਹੀਂ ਹੈ। ਜਿਹਦੇ ਕੋਲ ਅੰਦਰ ਦਾ ਸੁੱਖ ਹੋਵੇ ਨਾ, ਬੈੱਡ ਤੇ ਲੇਟਦੇ ਹੋ ਸਾਰੀ ਨੀਂਦ ਆ ਜਾਂਦੀ ਹੈ ਜੀ, ਤੇ ਅੰਮ੍ਰਿਤ ਵੇਲੇ ਅੱਖ ਵੀ ਖੁੱਲਦੀ ਆਪਣੇ ਆਪ ਸ਼ੁਕਰਾਨੇ ਵਿੱਚ। ਸੋ ਸਤਿਗੁਰੂ ਜੀ ਕਹਿੰਦੇ ਉਹਨੂੰ ਯਾਦ ਕਰ, ਤਿਸੈ ਸਰੇਵਹੁ ਤਾਂ ਸੁਖ ਪਾਵਹੁ ਸਰਬ ਨਿਰੰਤਰ ਰਵ ਰਹਿਆ। ਜਿਹੜਾ ਪ੍ਰਮਾਤਮਾ ਹਰ ਇੱਕ ਵਸਤੂ ਦੇ ਵਿੱਚ, ਹਰ ਇੱਕ ਪਦਾਰਥ ਦੇ ਵਿੱਚ ਵਸਦਾ ਪਿਆ ਹੈ, ਉਸ ਮਾਲਕ ਦੀ ਯਾਦ ਵਿੱਚ ਜੁੜ। ਉਸ ਤੋਂ ਇਲਾਵਾ ਇਸ ਦੁਨੀਆ ਦੇ ਵਿੱਚ ਰਹਿਣ ਵਾਲਾ ਕੁਝ ਨਹੀਂ ਹੈਗਾ, ਕੁਛ ਨਹੀਂ ਰਹਿਣਾ, ਤੇ ਉਹਨੂੰ ਯਾਦ ਕਰ। ਜਿਵੇਂ ਜਿਵੇਂ ਤੂੰ ਯਾਦ ਕਰੇਗਾ ਤਿਵੇਂ ਤਿਵੇਂ ਤੇਰੇ ਅੰਦਰਲਾ ਸੁੱਖ ਜਿਹੜਾ ਨਾ ਉਹ ਤੈਨੂੰ ਪ੍ਰਾਪਤ ਹੋਏਗਾ। ਤੇ ਜਦੋਂ ਉਹ ਸੁੱਖ ਪ੍ਰਾਪਤ ਹੋ ਗਿਆ ਸਾਧ ਸੰਗਤ, ਫਿਰ ਬਾਹਰ ਦੀਆਂ ਵਸਤੂਆਂ ਜਿਹੜੀਆਂ ਨੇ ਨਾ, ਉਹਨਾਂ ਦੀ ਰਿਐਲਿਟੀ ਸਾਡੀ ਸਮਝ ਦੇ ਵਿੱਚ ਆ ਜਾਏਗੀ। ਫਿਰ ਉਹਨਾਂ ਦੇ ਨਾਲ ਬਹੁਤਾ ਅਟੈਚ ਥੋੜੀ ਨਾ ਹੋਣਾ ਹੈ, ਨਹੀਂ ਹੋਵਾਂਗੇ। ਹੁਣ ਇੱਕ ਛੋਟਾ ਜਿਹਾ ਗੈਜਟ ਇੱਕ ਹੈ ਜੀ, ਟੈਕਨੋਲੋਜੀ ਹੈ ਨਾ, ਹੁਣ ਮੋਬਾਈਲ ਆਪਣੇ ਕੋਲ ਸਾਰਿਆਂ ਦੇ ਕੋਲ ਹੈ, ਜਿੰਨੇ ਵੀ ਇੱਥੇ ਬੈਠੇ ਨੇ, ਮੇਰੇ ਖਿਆਲ ਸਾਰਿਆਂ ਦੇ ਕੋਲ ਮੋਬਾਈਲ ਹੈ। ਬੜੇ ਅਟੈਚ ਆ ਜੀ ਆਪਾਂ ਮੋਬਾਈਲ ਦੇ ਨਾਲ। ਮੋਬਾਈਲ ਹੱਥ ਦੇ ਵਿੱਚੋਂ ਕਿਤੇ ਛੁੱਟਣ ਲੱਗੇ, ਡਿੱਗਣ ਲੱਗੇ, ਖੁਦ ਭਾਵੇਂ ਮੈਂ ਡਿੱਗ ਜਾਵਾਂ ਪਰ ਮੋਬਾਈਲ ਨੂੰ ਨਹੀਂ ਡਿੱਗਣ ਦੇਣਾ। ਕਿਉਂ? ਕਿਉਂਕਿ ਟੁੱਟ ਗਿਆ ਤੇ ਨੁਕਸਾਨ ਬੜਾ ਹੋ ਜਾਣਾ ਹੈ। ਅਟੈਚਮੈਂਟ ਹੈ ਨਾ ਜੀ ਮੋਬਾਈਲ ਦੇ ਨਾਲ। ਮੈਂ ਇਹ ਨਹੀਂ ਕਹਿੰਦਾ ਕਿ ਡਿੱਗਦਾ ਪਿਆ ਤਾਂ ਉਹਨੂੰ ਆਪਾਂ ਡਿੱਗਣ ਦੇ, ਟੁੱਟਦਾ ਤੇ ਕੋਈ ਗੱਲ ਨਹੀਂ, ਮੈਂ ਇਹ ਵੀ ਨਹੀਂ ਕਹਿ ਰਿਹਾ, ਮੈਂ ਅਟੈਚਮੈਂਟ ਦੀ ਗੱਲ ਕਰਦਾ ਪਿਆ ਜੀ। ਇੱਕ ਹੱਥ ਦੇ ਵਿੱਚ, ਆਪਣੇ ਹੱਥ ਦੇ ਵਿੱਚ ਮੈਂ ਬੱਚੇ ਦਾ ਹੱਥ ਵੀ ਪਕੜਿਆ ਹੋਇਆ ਹੈ, ਦੂਜੇ 'ਚ ਮੋਬਾਈਲ ਹੈ। ਮੋਬਾਈਲ ਡਿੱਗਣ ਲੱਗਾ ਹੈ ਤੇ ਇੱਕਦਮ ਕੀ ਹੋਇਆ, ਬੱਚੇ ਦਾ ਹੱਥ ਛੁੱਟ ਗਿਆ, ਬੱਚਾ ਡਿੱਗ ਗਿਆ ਪਰ ਮੋਬਾਈਲ ਡਿੱਗਣ ਤੋਂ ਬਚਾ ਲਿਆ। ਹੁਣ ਬੱਚਾ ਜ਼ਿਆਦਾ ਕੀਮਤੀ ਸੀ ਕਿ ਮੋਬਾਈਲ ਜ਼ਿਆਦਾ ਕੀਮਤੀ ਸੀ? ਦੇਖਣਾ ਪਏਗਾ ਨਾ। ਇਹਦਾ ਮਤਲਬ ਹੈ ਅਸੀਂ ਮੋਬਾਈਲ ਦੇ ਨਾਲ ਜ਼ਿਆਦਾ ਅਟੈਚ ਹੋ ਗਏ। ਸਤਿਗੁਰੂ ਜੀ ਕਹਿੰਦੇ ਇਵੇਂ ਨਹੀਂ। ਜੇ ਇਸ ਤਰੀਕੇ ਦੇ ਨਾਲ ਤੂੰ ਆਪਣੀ ਜ਼ਿੰਦਗੀ ਜੀਵੇਂਗਾ, ਕਦੇ ਜੀਵਨ ਦੇ ਵਿੱਚ ਸੁੱਖ, ਕਦੇ ਜੀਵਨ ਦੇ ਵਿੱਚ ਪੀਸ ਆਫ ਮਾਈਂਡ ਤੈਨੂੰ ਨਸੀਬ ਨਹੀਂ ਹੋਣੀ। ਹੋਵੇਗੀ ਕਦੋਂ? ਜਦੋਂ ਤੂੰ ਉਸ ਮਾਲਕ ਦੀ ਯਾਦ ਵਿੱਚ ਜੁੜ ਜਾਏਗਾ। ਗੁਰੂ ਨਾਨਕ ਸਾਹਿਬ ਦਾ ਇਹ ਬਚਨ ਆਪਣੇ ਅੰਦਰ ਵਸਾਈਏ। ਕੀ ਕਹਿੰਦੇ ਨੇ? ਡੱਡੈ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਵਾ ਸੋ ਸਭ ਚੱਲਣਾ, ਕੁਝ ਨਹੀਂ ਜੇ ਰਹਿਣਾ ਇੱਥੇ, ਸਭ ਕੁਝ ਖਤਮ ਹੋਏਗਾ। ਤਿਸੈ ਸਰੇਵਹੁ ਤਾਂ ਸੁਖ ਪਾਵਹੁ। ਇਹ ਨਹੀਂ ਕਿਹਾ ਕਿ ਤੈਨੂੰ ਸੁੱਖ ਆਪਣੇ ਆਪ ਆ ਜਾਏਗਾ ਜੀਵਨ 'ਚ, ਕਹਿੰਦੇ ਪਹਿਲਾਂ ਉਹਦੀ ਯਾਦ ਵਿੱਚ ਜੁੜ। ਤਿਸੈ ਸਰੇਵਹੁ ਤਾਂ ਸੁਖ ਪਾਵਹੁ ਸਰਬ ਨਿਰੰਤਰ ਰਵ ਰਹਿਆ। ਜਿਹੜਾ ਪ੍ਰਮਾਤਮਾ ਹਰ ਥਾਂ ਤੇ ਵਸਦਾ ਪਿਆ ਭਲਿਆ, ਉਹਦੀ ਯਾਦ ਵਿੱਚ ਜੁੜ। ਸ਼ੁਕਰਾਨਾ ਕਰ, ਖਾਣ ਲੱਗਾ ਵੀ ਸ਼ੁਕਰਾਨਾ ਕਰ, ਪਹਿਨਣ ਲੱਗਾ ਵੀ ਸ਼ੁਕਰਾਨਾ ਕਰ, ਪਾਣੀ ਪੀਣ ਲੱਗਾ ਵੀ ਸ਼ੁਕਰਾਨਾ ਕਰ। ਮੈਂ ਪੀਣ ਲੱਗਾ ਨਹੀਂ, ਮੈਂ ਲਫ਼ਜ਼ ਵਰਤਿਆ, ਪਾਣੀ ਇਸੇ ਕਰਕੇ ਅੱਗੇ ਜੋੜ ਲਿਆ ਹੋਇਆ। ਇਹ ਨਾ ਕੋਈ ਹੋਣਗੇ ਨਾ ਸ਼ੌਕੀਨ ਪੀਣ ਵਾਲੇ ਵੀ, ਉਹ ਕਹਿਣਗੇ ਜੀ ਗਿਆਨੀ ਜੀ ਕਹਿੰਦੇ ਪੀਣ ਲੱਗਾ ਵੀ ਸ਼ੁਕਰਾਨਾ ਕਰ, ਸੋ ਇਸ ਕਰਕੇ ਮੈਂ ਪਾਣੀ ਵਰਡ ਅੱਗੇ ਯੂਜ਼ ਕਰ ਲਿਆ ਜੀ। ਪਾਣੀ ਪੀਣ ਲੱਗਾ ਵੀ ਸ਼ੁਕਰਾਨਾ ਕਰ ਉਹਦਾ, ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਇਹ ਮੇਰੇ ਅੰਦਰ ਜਾ ਰਿਹਾ ਹੈ। ਤੇ ਜੇਕਰ ਛਕ ਲਿਆ ਨਾ, ਮੈਂ ਅਕਸਰ ਕਿਹਾ ਕਰਦਾ ਜੀ, ਜੇ ਛਕ ਲਿਆ ਨਾ ਪ੍ਰਸ਼ਾਦਾ ਛਕਣ ਤੋਂ ਬਾਅਦ ਵੀ ਸਾਧ ਸੰਗਤ ਜ਼ਰੂਰ ਸ਼ੁਕਰਾਨਾ ਕਰਿਆ ਕਰੋ, ਕਿਉਂਕਿ ਜਿਹੜਾ ਛਕਿਆ ਨਾ ਉਹਦੀ ਕਿਰਪਾ ਦੇ ਨਾਲ, ਜੇ ਉਹਦੀ ਕਿਰਪਾ ਨਾਲ ਨਾ ਹੁੰਦੀ ਤੇ ਜਿਹੜੀ ਬੁਰਕੀ, ਜਿਹੜੀ ਬਾਈਟ ਮੈਂ ਆਪਣੇ ਮੂੰਹ ਦੇ ਵਿੱਚ ਪਾਈ ਹੈ ਨਾ, ਹੋ ਸਕਦਾ ਉਹ ਅੰਦਰ ਹੀ ਨਹੀਂ ਜਾ ਪਾਉਂਦੀ। ਜੇ ਅੰਦਰ ਗਈ ਹੈ, ਉਹ ਮੇਰੀ ਭੁੱਖ ਮਿਟੀ ਹੈ, ਉਹਦੀ ਕਿਰਪਾ ਦੇ ਨਾਲ ਸ਼ੁਕਰਾਨਾ ਕਰ, ਹਰ ਪਲ ਉਹਦਾ ਸ਼ੁਕਰਾਨਾ ਕਰ। ਜਿੰਨਾ ਸ਼ੁਕਰਾਨਾ ਕਰੇਗਾ ਓਨਾ ਹੀ ਥੋੜਾ ਹੈ, ਕਿਉਂਕਿ ਉਹਦੇ ਸ਼ੁਕਰਾਨੇ ਨੇ ਹੀ ਤੈਨੂੰ ਅੰਦਰ ਦੀ ਸ਼ਾਂਤੀ ਦੇਣੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਪਾਵਨ ਬਚਨ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇ, ਤਾਂ ਕਿ ਅਸੀਂ ਸੱਚਾਈ ਨੂੰ ਸਮਝ ਕੇ, ਅਸਲੀ ਸੁੱਖ ਦੀ ਡੈਫੀਨੇਸ਼ਨ ਨੂੰ ਸਮਝ ਕੇ, ਉਸ ਮਾਲਕ ਦੀ ਯਾਦ ਵਿੱਚ ਜੁੜ ਕੇ ਜੀਵਨ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।